ਹੈਲੋ ਸਟੂਡੈਂਟਸ, ਅੱਜ ਆਪਾਂ ਕਲਾਸ BA3 ਸਮੈਸਟਰ 5th ਚੈਪਟਰ ਕਲਾਸੀਕਲ ਮਾਡਲ ਆਫ ਗਰੋਥ ਪੜ੍ਹਾਂਗੇ। ਕਲਾਸੀਕਲ ਮਾਡਲ ਆਫ ਗਰੋਥ ਕਿਸੇ ਇੱਕ ਅਰਥ ਸ਼ਾਸਤਰੀ ਦੇ ਵਿਚਾਰਾਂ ਨੂੰ ਨਹੀਂ ਕਿਹਾ ਜਾਂਦਾ। ਇਹਦੇ 'ਚ ਕਲਾਸੀਕਲ ਅਰਥ ਸ਼ਾਸਤਰੀਆਂ ਜਿਵੇਂ ਐਡਮ ਸਮਿਥ, ਰਿਕਾਰਡੋ, ਮਾਲਥਸ, ਇਹਨਾਂ ਨੇ ਵਿਕਾਸ ਸੰਬੰਧੀ ਜਾਂ ਗਰੋਥ ਸੰਬੰਧੀ ਜਿਹੜੇ ਵੀ ਵਿਚਾਰ ਦਿੱਤੇ ਆ ਉਹਨਾਂ ਸਾਰਿਆਂ ਵਿਚਾਰਾਂ ਦੇ ਵਿੱਚ ਸਮਾਨਤਾ ਪਾਈ ਜਾਂਦੀ ਹੈ। ਇਸ ਕਰਕੇ ਇਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਕਲਾਸੀਕਲ ਮਾਡਲ ਆਫ ਗਰੋਥ ਕਿਹਾ ਜਾਂਦਾ ਹੈ। ਕਲਾਸੀਕਲ ਅਰਥ ਸ਼ਾਸਤਰੀਆਂ ਦੇ ਅਨੁਸਾਰ, ਇਹਨਾਂ ਅਰਥ ਸ਼ਾਸਤਰੀਆਂ ਦੇ ਅਨੁਸਾਰ ਹਰੇਕ ਵਿਅਕਤੀ ਹੈ ਜਿਹੜਾ ਉਹ ਸਵਾਰਥੀ ਹੁੰਦਾ ਹੈ, ਆਪਣੇ ਨਿੱਜੀ ਸਵਾਰਥ ਵਾਸਤੇ ਕੰਮ ਕਰਦਾ ਹੈ, ਆਪਣੇ ਨਿੱਜੀ ਸਵਾਰਥ ਨੂੰ ਧਿਆਨ 'ਚ ਰੱਖਦਾ ਹੈ। ਉਹ ਆਪਣੇ ਸਵਾਰਥ ਨੂੰ ਪੂਰਾ ਕਰਨ ਵਾਸਤੇ ਵੱਧ ਤੋਂ ਵੱਧ ਪ੍ਰੋਫਿਟ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਵੱਧ ਪ੍ਰੋਫਿਟ ਵਾਸਤੇ ਉਹ ਸੇਵਿੰਗ ਨੂੰ ਇਨਵੈਸਟ ਕਰਦਾ ਰਹਿੰਦਾ ਹੈ। ਸੇਵਿੰਗ ਨੂੰ ਇਨਵੈਸਟ ਕਰਨ ਨਾਲ ਉਸ ਨੂੰ ਪ੍ਰੋਫਿਟ ਹੁੰਦੇ ਹੈ। ਉਸ ਪ੍ਰੋਫਿਟ ਨੂੰ ਦੁਬਾਰਾ ਫਿਰ ਉਹ ਇਨਵੈਸਟ ਕਰ ਦਿੰਦਾ ਹੈ। ਇਸ ਕਰਕੇ ਸੇਵਿੰਗ ਨੂੰ ਇਨਵੈਸਟ ਕਰਨ ਦੇ ਨਾਲ ਜਾਂ ਪ੍ਰੋਫਿਟ ਨੂੰ ਇਨਵੈਸਟ ਕਰਨ ਦੇ ਨਾਲ ਕੈਪੀਟਲ ਫਾਰਮੇਸ਼ਨ ਵੱਧਦੀ ਜਾਂਦੀ ਹੈ। ਕੈਪੀਟਲ ਫਾਰਮੇਸ਼ਨ ਦੇ ਵਧਣ ਨਾਲ ਟੈਕਨੀਕਲ ਪ੍ਰੋਗਰੈਸ ਵੱਧਦੀ ਹੈ। ਟੈਕਨੀਕਲ ਪ੍ਰੋਗਰੈਸ ਵਧਣ ਨਾਲ ਨੈਸ਼ਨਲ ਇਨਕਮ ਵੱਧਦੀ ਹੈ। ਨੈਸ਼ਨਲ ਇਨਕਮ ਦੇ ਲਗਾਤਾਰ ਵਾਧੇ ਨੂੰ ਇਕਨੋਮਿਕ ਗਰੋਥ ਕਿਹਾ ਜਾਂਦਾ ਹੈ। ਜਦੋਂ ਕਿਸੇ ਵੀ ਦੇਸ਼ ਦੀ ਨੈਸ਼ਨਲ ਇਨਕਮ ਲਗਾਤਾਰ ਵੱਧਦੀ ਹੈ ਤਾਂ ਉਸ ਨੂੰ ਇਕਨੋਮਿਕ ਗਰੋਥ ਕਿਹਾ ਜਾਂਦਾ ਹੈ। ਪਰ ਇਹ ਗਰੋਥ ਪ੍ਰੋਸੈਸ ਲਗਾਤਾਰ ਨਹੀਂ ਚੱਲਦੀ। ਇਕੋਨਮੀ ਦੀ ਗਰੋਥ ਲਗਾਤਾਰ ਨਹੀਂ ਹੁੰਦੀ ਰਹਿੰਦੀ। ਇਹ ਇੱਕ ਸੀਮਾ ਤੋਂ ਬਾਅਦ ਜਾਂ ਇੱਕ ਲਿਮਿਟ ਤੋਂ ਬਾਅਦ ਰੁਕ ਜਾਂਦੀ ਹੈ। ਇਸ ਨੂੰ ਕਲਾਸੀਕਲ ਅਰਥ ਸ਼ਾਸਤਰੀਆਂ ਨੇ ਸਟੇਸ਼ਨਰੀ ਸਟੇਟ ਦਾ ਨਾਂ ਦਿੱਤਾ ਹੈ। ਸਟੇਸ਼ਨਰੀ ਸਟੇਟ ਉਹ ਸਟੇਟ ਹੈ ਜਿੱਥੇ ਵਿਕਾਸ ਪ੍ਰਕਿਰਿਆ ਰੁਕ ਜਾਂਦੀ ਹੈ ਜਦੋਂ ਪ੍ਰੋਫਿਟ ਲੈਵਲ 0 ਹੋ ਜਾਂਦਾ ਹੈ। ਜਦੋਂ ਪ੍ਰੋਫਿਟ ਲੈਵਲ 0 ਹੋ ਜਾਂਦੇ ਹੈ ਤਾਂ ਉਦੋਂ ਇਨਵੈਸਟਮੈਂਟ ਕਰਨ ਵਾਲਿਆਂ ਵਾਸਤੇ ਇਨਵੈਸਟਮੈਂਟ ਪ੍ਰੇਰਨਾ ਨਹੀਂ ਰਹਿੰਦੀ। ਇਸ ਕਰਕੇ ਉਹ ਇਨਵੈਸਟਮੈਂਟ ਨੂੰ 0 ਕਰ ਦਿੰਦੇ ਆ। ਇਨਵੈਸਟਮੈਂਟ ਨਹੀਂ ਕਰਦੇ। ਜਦੋਂ ਇਨਵੈਸਟਮੈਂਟ ਨਹੀਂ ਕਰਦੇ ਕੈਪੀਟਲ ਫਾਰਮੇਸ਼ਨ ਨਹੀਂ ਹੁੰਦਾ, ਟੈਕਨੀਕਲ ਪ੍ਰੋਗਰੈਸ ਨਹੀਂ ਹੁੰਦੀ, ਨੈਸ਼ਨਲ ਇਨਕਮ ਦੇ ਵਿੱਚ ਵਾਧਾ ਨਹੀਂ ਹੁੰਦਾ। ਇਸ ਕਰਕੇ ਇਕੋਨਮੀ ਦੀ ਗਰੋਥ ਰੁਕ ਜਾਂਦੀ ਹੈ। ਪਹਿਲਾਂ ਆਪਾਂ ਕਰਾਂਗੇ ਅਜੰਪਸ਼ਨਸ। ਇਸ ਥਿਊਰੀ ਦੀਆਂ ਕੁਝ ਅਜੰਪਸ਼ਨਸ ਹੈ। ਪਹਿਲੀ ਹੈ ਲੈਸੇਜ ਫੇਅਰ। ਲੈਸੇਜ ਫੇਅਰ ਉਹ ਪਾਲਿਸੀ ਹੁੰਦੀ ਹੈ ਜਦੋਂ ਇਕੋਨਮੀ ਦੇ ਉੱਤੇ ਸਰਕਾਰ ਦਾ ਕੋਈ ਨਿਯੰਤਰਣ ਨਹੀਂ ਹੁੰਦਾ, ਸਰਕਾਰ ਦਾ ਇਕੋਨਮੀ ਦੇ ਉੱਤੇ ਕੋਈ ਕੰਟਰੋਲ ਨਹੀਂ ਹੁੰਦਾ, ਇਕੋਨਮੀ ਫ੍ਰੀ ਹੁੰਦੀ ਹੈ। ਦੂਸਰੀ ਅਜੰਪਸ਼ਨ ਹੈ ਇਕੋਨਮੀ ਦੇ ਵਿੱਚ 2 ਸੈਕਟਰ ਪਾਏ ਜਾਂਦੇ ਹੈ, ਐਗਰੀਕਲਚਰਲ ਸੈਕਟਰ ਅਤੇ ਦੂਜਾ ਇੰਡਸਟਰੀਅਲ ਸੈਕਟਰ। ਤੀਸਰੀ ਅਜੰਪਸ਼ਨ ਹੈ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ। ਐਗਰੀਕਲਚਰਲ ਸੈਕਟਰ ਦੇ ਵਿੱਚ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਲਾਗੂ ਹੁੰਦਾ ਹੈ, ਘਟਦੇ ਪ੍ਰਤੀਫਲ ਦਾ ਨਿਯਮ ਲਾਗੂ ਹੁੰਦਾ ਹੈ। ਚੌਥੀ ਹੈ ਪ੍ਰਿੰਸੀਪਲ ਆਫ ਸਬਸਿਸਟੈਂਸ ਲੇਵਲ। ਜਿਹੜੇ ਲੇਬਰ ਹੈਗੇ ਆ ਉਹਨਾਂ ਨੂੰ ਜੀਵਨ ਨਿਰਵਾਹ ਦੇ ਬਰਾਬਰ ਮਜ਼ਦੂਰੀ ਦਿੱਤੀ ਜਾਂਦੀ ਹੈ। ਪੰਜਵੀਂ ਅਜੰਪਸ਼ਨ ਹੈ ਸਬਸਿਸਟੈਂਸ ਲੈਵਲ ਵਧਣ ਦੇ ਨਾਲ ਲੇਬਰ ਦੀ ਸਪਲਾਈ ਦੇ ਵਿੱਚ ਵੀ ਵਾਧਾ ਹੁੰਦਾ ਹੈ। ਛੇਵੀਂ ਹੈ ਇਕੋਨਮੀ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ। ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ। ਫਿਰ ਸੱਤਵੀਂ ਹੈਗੀ ਹੈ ਲੇਬਰ ਅਤੇ ਕੈਪੀਟਲ ਦੋਨੇ ਇਨਪੁਟਸ ਹੈ ਜਿਹੜੇ ਇਹ ਵੇਰੀਏਬਲ ਹੈ, ਦੋਨਾਂ ਨੂੰ ਚੇਂਜ ਕੀਤਾ ਜਾ ਸਕਦਾ ਹੈ। ਅੱਠਵੀਂ ਹੈ ਸੇਜ਼ ਲਾਅ ਆਫ ਮਾਰਕੀਟ। ਮਾਰਕੀਟ ਦੇ ਜਿਹੜਾ ਸੇ ਦਾ ਬਾਜ਼ਾਰ ਨਿਯਮ ਲਾਗੂ ਹੁੰਦਾ। ਇਕੋਨਮੀ ਦੇ ਵਿੱਚ ਸੇ ਦਾ ਬਾਜ਼ਾਰ ਨਿਯਮ ਲਾਗੂ ਹੋ ਰਿਹਾ। ਅਜੰਪਸ਼ਨਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਲਾਸੀਕਲ ਕੰਸੈਪਟ ਆਫ ਇਕਨੋਮਿਕ ਡਿਵੈਲਪਮੈਂਟ। ਕਲਾਸੀਕਲ ਇਕਨੋਮਿਕ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ? ਕਲਾਸੀਕਲ ਦੇ ਅਕੋਰਡਿੰਗ ਇਕਨੋਮਿਕ ਡਿਵੈਲਪਮੈਂਟ ਦਾ ਮਤਲਬ ਹੈ ਜਨਰੇਸ਼ਨ ਆਫ ਇਨਕਮ ਦੀ ਸਿਰਜਣਾ ਜਾਂ ਇਨਕਮ ਦਾ ਲਗਾਤਾਰ ਹੋਣ ਵਾਲਾ ਵਾਧਾ। ਇਸ ਨੂੰ ਇਹ ਇਕਨੋਮਿਕ ਡਿਵੈਲਪਮੈਂਟ ਕਹਿੰਦੇ ਆ। ਇਹਨਾਂ ਨੇ ਦੱਸਿਆ ਕਿ ਹਰੇਕ ਵਿਅਕਤੀ ਹੈ ਜਿਹੜਾ ਉਹ ਸਵਾਰਥੀ ਹੈ, ਵੱਧ ਤੋਂ ਵੱਧ ਪ੍ਰੋਫਿਟ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਵੱਧ ਪ੍ਰੋਫਿਟ ਕਰਨ ਵਾਸਤੇ ਆਪਣੀ ਇਨਕਮ ਦਾ ਜ਼ਿਆਦਾ ਹਿੱਸਾ ਉਹ ਸੇਵ ਕਰਦਾ ਹੈ, ਇਨਕਮ ਦੇ ਵਿੱਚੋਂ ਵੱਧ ਬਚਤਾਂ ਕਰਦਾ ਹੈ ਅਤੇ ਇਸ ਬਚਤ ਨੂੰ ਜਾਂ ਸੇਵਿੰਗ ਨੂੰ ਇਨਵੈਸਟ ਕਰ ਦਿੰਦਾ ਹੈ। ਇਨਵੈਸਟ ਕਰਨ ਦੇ ਨਾਲ ਕੈਪੀਟਲ ਅਕਮੂਲੇਸ਼ਨ ਵੱਧਦੀ ਹੈ। ਕੈਪੀਟਲ ਅਕਮੂਲੇਸ਼ਨ ਹੁੰਦੀ ਹੈ ਉਹਦੇ ਕੋਲ ਮਸ਼ੀਨਾਂ ਵਗੈਰਾ ਜਾਂ ਬਿਲਡਿੰਗ, ਇਹਨਾਂ ਦੇ ਵਿੱਚ ਵਾਧਾ ਹੋ ਜਾਂਦਾ, ਉਹਦੀ ਕੈਪੀਟਲ ਦੇ ਵਿੱਚ ਵਾਧਾ ਹੋ ਜਾਂਦਾ। ਇਨਵੈਸਟਮੈਂਟ ਜਿੰਨਾ ਜ਼ਿਆਦਾ ਹੁੰਦਾ ਉਨੀ ਕੈਪੀਟਲ ਅਕਮੂਲੇਸ਼ਨ ਵੀ ਜ਼ਿਆਦਾ ਹੁੰਦੀ ਹੈ, ਪੂੰਜੀ ਜ਼ਿਆਦਾ ਇਕੱਠੀ ਹੋ ਜਾਂਦੀ ਹੈ, ਜਿਹਦੇ ਕਰਕੇ ਕੈਪੀਟਲ ਅਕਮੂਲੇਸ਼ਨ ਦੇ ਵਧਣ ਨਾਲ ਪ੍ਰੋਡਕਸ਼ਨ ਕਪੈਸਿਟੀ ਵੱਧਦੀ ਹੈ ਅਤੇ ਪ੍ਰੋਡਕਸ਼ਨ ਕਪੈਸਿਟੀ ਵਧਣ ਨਾਲ ਆਊਟਪੁੱਟ ਅਤੇ ਨੈਸ਼ਨਲ ਇਨਕਮ ਦੋਵੇਂ ਹੀ ਵੱਧਦੇ ਹੈ। ਆਊਟਪੁੱਟ ਅਤੇ ਨੈਸ਼ਨਲ ਇਨਕਮ ਦੇ ਵਧਣ ਨੂੰ ਇਕਨੋਮਿਕ ਡਿਵੈਲਪਮੈਂਟ ਕਿਹਾ ਜਾਂਦਾ ਹੈ। ਤਾਂ ਇਸ ਤਰ੍ਹਾਂ ਨਾਲ ਇਹਨਾਂ ਨੇ ਦੱਸਿਆ ਇਕਨੋਮਿਕ ਡਿਵੈਲਪਮੈਂਟ ਮੀਨਸ ਨੈਸ਼ਨਲ ਇਨਕਮ ਦਾ ਲਗਾਤਾਰ ਵਧਣਾ। ਕਲਾਸੀਕਲ ਇਕਨੋਮਿਸਟਸ ਦੇ ਅਕੋਰਡਿੰਗ ਪ੍ਰੋਸੈਸ ਆਫ ਇਕਨੋਮਿਕ ਡਿਵੈਲਪਮੈਂਟ ਦੀ ਪ੍ਰੋਸੈਸ ਦੇ 2 ਫੇਜ਼ ਪਾਏ ਜਾਂਦੇ ਆ।
पहला है प्रोग्रैसिव स्टेट तो दूसरा है स्टेशनरी स्टेट। प्रोग्रैसिव स्टेट वो स्टेट होंदी है जदों प्रॉफिट लेवल वध हुंदा है, इन्वैसटमेंट वध हुंदा है, कैपीटल कमूलेशन वध हुंदी है, आउटपुट ते नैशनल इनकम वध हुंदी है, इकनॉमिक ग्रोथ रेट है जिहड़ी ओह ज़्यादा हुंदी है, इसनूं प्रोग्रैसिव स्टेट कहा जाता है। स्टेशनरी स्टेट वो स्टेट है जिथे प्रॉफिट लेवल जीरो हुंदा है, इन्वैसटमेंट जीरो हुंदा है, कैपीटल कमूलेशन भी बंद हो जाती है, इनकम घट जाती है, इनकम दे विच वाधा रुक जाता है, इकनॉमिक ग्रोथ रेट है जिहड़ी वो घट जाती है जां रुक जाती है, इसनूं स्टेशनरी स्टेट कहा जाता है। एडम स्मिथ के अकॉर्डिंग जदों लोकी आपदी इनकम दे विचों सेविंग करते हैं, सेविंग दे नाल कैपीटल कमूलेशन वधदा है, कैपीटल कमूलेशन वधन नाल मार्केट दा साइज वधदा है, मार्केट साइज वधन नाल लेबर डिवीजन हुंदा है, लेबर डिवीजन दे नाल वस्तुआं नूं प्रोड्यूस करना सस्ता हो जाता है ते सौखियां प्रोड्यूस हो जांदियां, घट टाइम दे विच घट खर्चे नाल वध वस्तुआं प्रोड्यूस होण लग जांदियां जदों लेबर दा डिवीजन हो जाता है। लेबर डिवीजन तां हुंदा है जदों मार्केट दा साइज ज़्यादा हो जाता है। क्लासीकल इकनोमिस्ट्स दे अकॉर्डिंग जिन्नी सेविंग हुंदी है उन्नी सारी नूं इन्वैसट कर दिता जाता है। इन्वैसटमेंट के वधन नाल टैक्नोलॉजी प्रोग्रैस करती है, टैक्नीकल प्रोग्रैस होंदी है, टैक्नीकल प्रोग्रैस के नाल आउटपुट दे विच वाधा हुंदा है। जिवें जिवें इनकम चेंज हुंदी जाती है उवें उवें सेविंग, जिवें जिवें इनकम वधदी जाती है सेविंग वधदी जाती है, सेविंग वधदी जाती है तो इन्वैसटमेंट वधदा जांदा है, इन्वैसटमेंट वधदा जांदा तो कैपीटल फॉर्मेशन वधदी है, कैपीटल फॉर्मेशन वधन नाल कैपीटल कमूलेशन हुंदी है। ਤਾਂ ਇਹਨਾਂ ਨੇ ਦੱਸਿਆ ਕਿ ਜਿੰਨੀ ਜ਼ਿਆਦਾ ਕੈਪੀਟਲ ਕਮੂਲੇਸ਼ਨ ਹੁੰਦੀ ਹੈ ਓਨਾ ਹੀ ਆਊਟਪੁੱਟ ਦੇ ਵਿੱਚ ਜ਼ਿਆਦਾ ਵਾਧਾ ਹੁੰਦਾ ਹੈ, ਓਨੀ ਇਕਨੋਮੀ ਦੀ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ। ਐਡਮ ਸਮਿਥ ਨੇ ਇਹ ਦੱਸਿਆ ਕਿ ਇੰਸਟੀਟਿਊਸ਼ਨ ਆਫ ਪ੍ਰਾਈਵੇਟ ਪ੍ਰਾਪਰਟੀ ਅਤੇ ਕੰਪੀਟੀਸ਼ਨ ਦੋਨਾਂ ਤਰ੍ਹਾਂ ਦੀ ਪ੍ਰਵਿਰਤੀ ਜਾਂ ਦੋਨਾਂ ਤਰ੍ਹਾਂ ਦੀ ਭਾਵਨਾ ਪਾਈ ਜਾਂਦੀ ਹੈ ਇਕਨੋਮੀ ਦੇ ਵਿੱਚ। ਇਹਨਾਂ ਦੋਨਾਂ ਭਾਵਨਾਵਾਂ ਦੇ ਕਰਕੇ ਇਕਨੋਮੀ ਦੀ ਗਰੋਥ ਹੈ ਜਿਹੜੀ ਉਹ ਵੱਧਦੀ ਹੈ। ਇਕਨੋਮੀ ਲਗਾਤਾਰ ਗਰੋਥ ਕਰਦੀ ਹੈ, ਇਕਨੋਮੀ ਦੀ ਗਰੋਥ ਲਗਾਤਾਰ ਹੁੰਦੀ ਹੈ ਇਹਨਾਂ ਦੋਨਾਂ ਕਾਰਨਾਂ ਕਰਕੇ, ਪ੍ਰਾਈਵੇਟ ਪ੍ਰਾਪਰਟੀ ਅਤੇ ਕੰਪੀਟੀਸ਼ਨ ਦੇ ਕਰਕੇ। ਇਸ ਕਰਕੇ ਇਹਨਾਂ ਦੋਨਾਂ ਨੂੰ ਐਡਮ ਸਮਿਥ ਨੇ ਇਨਵਿਜ਼ੀਬਲ ਹੈਂਡ ਕਿਹਾ ਹੈ। ਇਨਵਿਜ਼ੀਬਲ ਹੈਂਡ ਦਾ ਮਤਲਬ ਹੈ ਕਿ ਜਿਹੜੇ ਵਿਅਕਤੀ ਹੈਗੇ ਆ ਉਹ ਸਵਾਰਥੀ ਹੁੰਦੇ ਆ, ਉਹਨਾਂ ਦਾ ਇਹ ਨਿੱਜੀ ਸਵਾਰਥ ਹੈ ਕਿ ਉਹ ਆਪਣੇ ਪ੍ਰੋਫਿਟ ਨੂੰ ਵੱਧ ਤੋਂ ਵੱਧ ਕਰਨਾ ਚਾਹੁੰਦੇ ਆ। ਇਸ ਕਰਕੇ ਜਿਵੇਂ ਜਿਵੇਂ ਉਹ ਆਪਦੇ ਪ੍ਰੋਫਿਟ ਨੂੰ ਵੱਧ ਕਰਨਾ ਚਾਹੁੰਦੇ ਆ ਉਨਾ ਹੀ ਕੈਪੀਟਲ ਕਮੂਲੇਸ਼ਨ ਜ਼ਿਆਦਾ ਕਰਦੇ ਆ, ਅਤੇ ਕੈਪੀਟਲ ਕਮੂਲੇਸ਼ਨ ਜਿੰਨੀ ਜ਼ਿਆਦਾ ਹੋ ਜਾਂਦੀ ਹੈ ਉਨਾ ਹੀ ਜ਼ਿਆਦਾ ਨੈਸ਼ਨਲ ਇਨਕਮ ਵੱਧਦੀ ਹੈ। ਨੈਸ਼ਨਲ ਇਨਕਮ ਜਿੰਨੀ ਵੱਧਦੀ ਹੈ ਉਨੀ ਇਕੋਨਮੀ ਦੀ ਡਿਵੈਲਪਮੈਂਟ ਹੁੰਦੀ ਹੈ। ਰਿਕਾਰਡੋ ਨੇ ਵੀ ਇਹੀ ਦੱਸਿਆ ਕਿ ਕੈਪੀਟਲ ਫਾਰਮੇਸ਼ਨ ਦੇ ਨਾਲ ਇਕੋਨਮੀ ਡਿਵੈਲਪ ਹੁੰਦੀ ਹੈ। ਉਹਨੇ ਦੱਸਿਆ ਕਿ ਇਕੋਨਮੀ ਦੇ ਵਿੱਚ 3 ਕਲਾਸਾਂ ਪਾਈਆਂ ਜਾਂਦੀਆਂ, ਕੈਪੀਟਲਿਸਟ, ਲੈਂਡ ਓਨਰ ਅਤੇ ਲੇਬਰ। ਕੈਪੀਟਲਿਸਟ ਕੈਪੀਟਲ ਦਾ ਓਨਰ ਹੁੰਦਾ, ਲੈਂਡ ਓਨਰ ਲੈਂਡ ਦਾ ਓਨਰ ਹੁੰਦਾ ਅਤੇ ਲੇਬਰ ਵੇਜ ਦਾ ਓਨਰ ਹੁੰਦਾ। ਇਹ ਤਿੰਨੋਂ ਕਲਾਸਾਂ ਦੇ ਸਹਿਯੋਗ ਨਾਲ ਕੈਪੀਟਲ ਕਮੂਲੇਸ਼ਨ ਹੁੰਦੀ ਹੈ। ਪਰ ਤਿੰਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਿਕਾਰਡੋ ਨੇ ਕੈਪੀਟਲ ਨੂੰ ਮੰਨਿਆ। ਕੈਪੀਟਲਿਸਟ ਆਪਣੇ ਪ੍ਰੋਫਿਟ ਨੂੰ ਇਨਵੈਸਟ ਕਰ ਦਿੰਦਾ ਹੈ, ਕੈਪੀਟਲਿਸਟ ਪ੍ਰੋਫਿਟ ਨੂੰ ਇਨਵੈਸਟ ਕਰ ਦਿੰਦਾ ਹੈ। ਇਨਵੈਸਟ ਕਰਨ ਨਾਲ ਕੈਪੀਟਲ ਫਾਰਮੇਸ਼ਨ ਹੁੰਦੀ ਹੈ ਅਤੇ ਕੈਪੀਟਲ ਫਾਰਮੇਸ਼ਨ ਦੇ ਨਾਲ ਇਨਕਮ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਹੈ, ਇਨਕਮ ਦੇ ਵਿੱਚ ਵਾਧਾ ਹੁੰਦਾ ਹੈ। ਤਾਂ ਇਸ ਤਰ੍ਹਾਂ ਨਾਲ ਰਿਕਾਰਡੋ ਨੇ ਵੀ ਇਹੀ ਦੱਸਿਆ ਕਿ ਕੈਪੀਟਲ ਕਮੂਲੇਸ਼ਨ ਦੇ ਨਾਲ ਜਾਂ ਕੈਪੀਟਲ ਨੂੰ ਇਨਵੈਸਟ ਕਰਨ ਦੇ ਨਾਲ ਆਊਟਪੁੱਟ ਦੇ ਵਿੱਚ ਵਾਧਾ ਹੁੰਦਾ, ਇਨਕਮ ਦੇ ਵਿੱਚ ਵਾਧਾ ਹੁੰਦਾ, ਇਕੋਨਮੀ ਦੀ ਗਰੋਥ 'ਚ ਵਾਧਾ ਹੁੰਦਾ। ਪਰ ਕਲਾਸੀਕਲ ਇਕਨੋਮਿਸਟਸ ਦੇ ਅਕੋਰਡਿੰਗ ਗਰੋਥ ਪ੍ਰੋਸੈਸ ਲਗਾਤਾਰ ਨਹੀਂ ਚੱਲਦੀ ਰਹਿੰਦੀ। ਜੇ ਇਕੋਨਮੀ ਦੀ ਪ੍ਰੋਗਰੈਸਿਵ ਸਟੇਟ ਲਗਾਤਾਰ ਨਹੀਂ ਚੱਲਦੀ ਰਹਿੰਦੀ, ਇਹਦੇ ਵਿੱਚ ਰੁਕਾਵਟ ਆ ਜਾਂਦੀ ਹੈ, ਇਹਦੇ 'ਚ ਕਮੀ ਆ ਜਾਂਦੀ ਹੈ। ਜਦੋਂ ਪ੍ਰੋਫਿਟ ਜ਼ੀਰੋ ਹੋ ਜਾਂਦਾ ਹੈ ਤਾਂ ਉਦੋਂ ਇਨਵੈਸਟਮੈਂਟ ਵੀ ਜ਼ੀਰੋ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਇਕੋਨਮੀ ਦੇ ਵਿੱਚ